ਆਇਲਸ ਦੇ ਪੇਪਰ ਵਾਲੇ ਦਿਨ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? what things must be considered as very important, ਜਿਸ ਕਰਕੇ ਤੁਸੀਂ ਉੱਥੇ ਐਂਡ ਆਫ ਦਾ ਡੇ ਤੁਹਾਨੂੰ ਮੁਸ਼ਕਿਲ ਨਾ ਆਵੇ। ਉਹ ਸਾਰੀਆਂ ਚੀਜ਼ਾਂ ਜੋ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਪੇਪਰ ਵਾਲੇ ਦਿਨ, ਵੀ ਵਿਲ ਬੀ ਟਾਕਿੰਗ ਅਬਾਊਟ ਦਿਸ ਵੀਡੀਓ। ਠੀਕ ਹੈ, ਸੋ ਦਾ ਮੇਨ ਪੇਪਰ ਜਿਹੜਾ ਕਿ ਤੁਹਾਡਾ ਰਾਈਟਿੰਗ, ਲਿਸਨਿੰਗ ਐਂਡ ਰੀਡਿੰਗ ਦਾ ਹੁੰਦਾ, ਐਂਡ ਸਪੀਕਿੰਗ ਦਾ ਜੋ ਇੱਕ ਵੱਖਰਾ ਪੇਪਰ ਹੁੰਦਾ, ਉਹਨਾਂ ਦਿਨਾਂ ਦੇ ਕਿਹਨਾਂ ਚੀਜ਼ਾਂ ਬਾਰੇ ਤੁਹਾਨੂੰ ਹਮੇਸ਼ਾ ਅਲਰਟ ਰਹਿਣਾ ਚਾਹੀਦਾ ਹੈ। ਦਿਸ ਵੀਡੀਓ ਵਿਲ ਬੀ ਫॉर दैट। ਠੀਕ ਹੈ, ਸੋ ਆਈ ਹੈਵ ਜਸਟ ਲਿਸਟਡ ਡਾਊਨ ਦ ਥਿੰਗਸ ਜੋ ਤੁਹਾਨੂੰ ਧਿਆਨ ਰੱਖਣੇ ਨੇ। ਕਿੰਨੇ ਵਜੇ ਪਹੁੰਚਣਾ ਹੈ, ਕੀ ਤੁਹਾਨੂੰ ਚੀਜ਼ਾਂ ਲੈ ਕੇ ਜਾਣੀਆਂ ਨੇ, ਉੱਥੇ ਜਾ ਕੇ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਆਪਾਂ ਇਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਆਲਰਾਈਟ, ਸੋ ਲੈਟਸ ਟਾਕ ਅਬਾਊਟ, ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੇਪਰ ਵਾਲੇ ਦਿਨ ਜਿਹੜਾ ਕਿ ਤੁਹਾਡਾ ਮੇਨ ਪੇਪਰ ਹੈ। ਐਂਡ ਬੇਟਾ ਦਿਸ ਵੀਡੀਓ ਇਜ਼ ਫॉर ਐਵਰੀਬਡੀ ਜਿਨ੍ਹਾਂ ਦਾ ਮੇ ਬੀ ਆਉਣ ਵਾਲੇ ਦਿਨਾਂ ਵਿੱਚ ਪੇਪਰ ਹੋਵੇ, ਐਂਡ ਹੋ ਸਕਦਾ ਕੱਲ੍ਹ ਹੀ ਪੇਪਰ ਹੋਵੇ ਤੁਹਾਡਾ। ਸੋ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ। ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਤੁਹਾਡਾ ਜਿਹੜਾ ਸੈਂਟਰ ਹੈ, ਠੀਕ ਹੈ, ਉਹ ਕਿੱਥੇ ਲੋਕੇਟਡ ਹੈ, ਵੇਅਰ ਇਟ ਇਜ਼ ਇਨ ਦ ਸਿਟੀ। ਫॉर एग्जाम्पल ਲੈਟਸ ਸੇ ਅਗਰ ਕਿਸੇ ਨੇ ਜਲੰਧਰ ਪੇਪਰ ਭਰਿਆ ਹੋਇਆ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਪੇਪਰ ਕਿੰਗਸ ਵਿੱਚ ਹੈ ਕਿ ਜਾਂ ਮੇਰਾ ਪੇਪਰ ਵਿਕਟੋਰੀਆ ਲੰਡਨ ਦੇ ਵਿੱਚ ਹੈ। ਅਗਰ ਮੇਰਾ ਪੇਪਰ ਨਵਾਂ ਸ਼ਹਿਰ ਹੈ ਤਾਂ ਮੇਰਾ ਸੈਂਟਰ ਕਿਹੜਾ ਬਣਿਆ। ਅਗਰ ਮੇਰਾ ਪੇਪਰ ਜਿਹੜਾ ਬਠਿੰਡੇ ਹੈ ਤਾਂ ਮੇਰਾ ਸੈਂਟਰ ਕਿਹੜਾ ਬਣਿਆ। ਸੋ ਸਭ ਤੋਂ ਪਹਿਲੀ ਚੀਜ਼ ਉਸ ਤੋਂ ਤੁਹਾਨੂੰ ਕਰਨੀ ਚਾਹੀਦੀ ਹੈ, ਪੇਪਰ ਤੋਂ ਇੱਕ ਦਿਨ ਪਹਿਲਾਂ ਜਾਂ ਪੇਪਰ ਵਾਲੇ ਦਿਨ ਸਵੇਰੇ ਤੁਹਾਨੂੰ ਗੂਗਲ ਮੈਪ 'ਤੇ ਚੈੱਕ ਕਰ ਲੈਣਾ ਚਾਹੀਦਾ ਆ ਕਿ ਤੁਹਾਡਾ ਸੈਂਟਰ ਕਿੱਥੇ ਹੈ। ਸੈਂਟਰ ਦਾ ਜੋ ਕੰਪਲੀਟ ਐਡਰੈਸ ਹੁੰਦਾ, ਦੈਟ IDP ਗਿਵਸ ਯੂ ਇਨ ਯੂਰ ਮੇਲ। ਜਿਹੜੀ ਤੁਹਾਨੂੰ ਮੇਲ ਆਉਂਦੀ ਹੈ ਨਾ, ਬੁਕਿੰਗ ਕਨਫਰਮੇਸ਼ਨ ਦੀ ਮੇਲ ਆਉਂਦੀ ਹੈ, ਉਹਦੇ ਵਿੱਚ ਪ੍ਰੋਪਰ ਐਡਰੈਸ ਹੁੰਦਾ ਆ ਵਿਚ ਯੂ ਕੈਨ ਯੂਜ਼ ਟੂ ਲੋਕੇਟ ਯੂਰ ਸੈਂਟਰ। ਇਹ ਤੁਹਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ। ਸਭ ਤੋਂ ਪਹਿਲਾ ਕੰਮ, ਲੋਕੇਟ ਯੂਰ ਸੈਂਟਰ। ਹੁਣ ਆ ਜਾਓ ਸੈਕਿੰਡ ਪੁਆਇੰਟ ਜੋ ਧਿਆਨ ਰੱਖਣਾ ਹੈ, ਤੁਸੀਂ ਲੈ ਕੇ ਕੀ ਨਾਲ ਜਾਣਾ। ਬੇਟਾ ਯੂ ਮਸਟ ਕੈਰੀ ਯੂਰ ਪਾਸਪੋਰਟ। ਤੁਹਾਨੂੰ ਪਾਸਪੋਰਟ ਕੈਰੀ ਕਰਨਾ ਚਾਹੀਦਾ ਹੈ। ਠੀਕ ਹੈ, ਤੁਹਾਨੂੰ ਨਾਲ ਕੈਰੀ ਕਰਨਾ ਚਾਹੀਦਾ ਹੈ ਜੋ ਤੁਹਾਡਾ ਉਹਨਾਂ ਨੇ ਜੋ ਮੇਲ ਆਈ ਹੈ, ਜਿਸ ਦੇ ਵਿੱਚ ਤੁਹਾਡਾ ਪ੍ਰੋਪਰ ਉਹਨਾਂ ਨੇ ਦਿੱਤਾ ਹੋਇਆ ਕਿ ਤੁਹਾਡਾ ਪੇਪਰ ਇਸ ਸੈਂਟਰ ਵਿੱਚ ਹੈ। ਜੋ ਬੁਕਿੰਗ ਰਿਸਿਪਟ ਹੈਗੀ ਹੈ, ਦੈਟ ਮਸਟ ਬੀ ਵਿਦ ਯੂ। ਹੁਣ ਇਹਦੇ ਨਾਲ ਹੋਰ ਚੀਜ਼ਾਂ ਕੀ ਲੈ ਕੇ ਜਾਣੀਆਂ ਨੇ, ਦੋ ਚੀਜ਼ਾਂ ਮੈਂ ਤੁਹਾਨੂੰ ਕਹਿ ਦਿੱਤੀਆਂ। ਕੋਵਿਡ ਦੇ ਦਿਨਾਂ ਵਿੱਚ ਮਾਸਕ ਵਾਸ ਕੰਪਲਸਰੀ, ਕੋਵਿਡ ਵੈਕਸੀਨੇਸ਼ਨਸ ਵਰ ਕੰਪਲਸਰੀ। ਹੁਣ ਤਾਂ ਚਲੋ ਨਹੀਂ ਇੰਨਾ ਹੈਗਾ, ਬਟ ਤੁਹਾਨੂੰ ਇਹਦੇ ਨਾਲ ਲੈ ਕੇ ਜਾਣੀ ਚਾਹੀਦੀ ਹੈ ਇੱਕ ਪੈਨਸਿਲ, ਇਰੇਜ਼ਰ ਐਂਡ ਸ਼ਾਰਪਨਰ। ਇਫ ਦੇ ਅਲਾਓ ਤਾਂ ਅੰਦਰ ਲੈ ਜਾਓ, ਅਗਰ ਨਹੀਂ ਅਲਾਓ ਕਰਦੇ ਕੋਈ ਚੱਕਰ ਨਹੀਂ। ਇੱਕ ਧਿਆਨ ਹੋਰ ਰੱਖਿਓ, ਤੁਸੀਂ ਜਿਹੜੀ ਪੈਨਸਿਲ ਨਾਲ ਪ੍ਰੀਪੇਅਰ ਕੀਤਾ ਹੈ, ਫੋਰ ਐਗਜ਼ਾਮਪਲ ਇਫ ਯੂ ਆਰ ਪ੍ਰੀਪੇਅਰਡ ਵਿਦ ਅ ਕਲਚ ਪੈਨਸਿਲ, ਤੇ ਕਲਚ ਪੈਨਸਿਲ ਨਾਲ ਲੈ ਕੇ ਜਾਓ। ਅਗਰ ਤੁਸੀਂ ਪ੍ਰੀਪੇਅਰ ਕੀਤਾ ਨੋਰਮਲ ਇੱਕ ਜੋ ਪੈਨਸਿਲ ਸ਼ਾਰਪਨਰ ਵਾਲੀ ਹੁੰਦੀ ਆ ਉਹਦੇ ਨਾਲ, ਤੇ ਤੁਸੀਂ ਕਲਚ ਪੈਨਸਿਲ ਨਾਲ ਲੈ ਕੇ ਨਾ ਜਾਇਓ, ਜਸਟ ਬਿਕੋਜ਼ ਕਿ ਉਹ ਕਈ ਵਾਰੀ ਹੈਪਾਜ਼ਿਡਲੀ ਉਹ ਸਿੱਕੇ ਟੁੱਟਣ ਲੱਗ ਪੈਂਦੇ ਜਦੋਂ ਬੱਚਾ ਘਬਰਾ ਕੇ ਲਿਖਦਾ ਆ। ਠੀਕ ਹੈ, ਸੋ ਪੇਪਰ ਉੱਥੇ ਜਿਹੜੀ ਪੈਨਸਿਲ ਨਾਲ ਤੁਸੀਂ ਪ੍ਰੈਪਰੇਸ਼ਨ ਕੀਤੀ ਹੈ ਉਹੀ ਨਾਲ ਲੈ ਕੇ ਜਾਇਓ, ਦੈਟ ਇਜ਼ ਵੈਰੀ ਇੰਪੋਰਟੈਂਟ। ਇਹ ਚੀਜ਼ਾਂ ਤੁਸੀਂ ਨਾਲ ਲੈ ਕੇ ਜਾਣੀਆਂ ਨੇ ਸੋ ਦੈਟ ਐਂਡ ਆਫ ਦਾ ਡੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਐਂਡ ਵਨ ਮੋਰ ਥਿੰਗ, ਇੱਕ ਚੀਜ਼ ਹੋਰ, ਯੂ ਮਸਟ ਕੈਰੀ ਫੋਟੋਕਾਪੀ, ਕਲਰਡ ਫੋਟੋਕਾਪੀ ਆਫ ਯੂਰ ਪਾਸਪੋਰਟ ਐਜ਼ ਵੈਲ। ਕਿਉਂਕਿ ਹੁੰਦਾ ਕੀ ਹੈ, ਕਈ ਵਾਰੀ ਐਂਡ ਆਫ ਦਾ ਡੇ ਲਾਸਟ ਮੂਮੈਂਟ 'ਤੇ ਦੇ ਜਸਟ ਆਸਕ ਯੂ ਫॉर ਦ ਕਲਰਡ ਕਾਪੀ ਆਫ ਦਾ ਪਾਸਪੋਰਟ ਕਿ ਤੁਹਾਡੇ ਪੋਰਟਲ 'ਤੇ ਅਪਲੋਡਡ ਨਹੀਂ ਹੈਗੀ। ਠੀਕ ਹੈ, ਸੋ ਤੁਹਾਨੂੰ ਦੇਣੀ ਪੈਂਦੀ ਹੈ। ਸੋ ਔਨ ਦਾ ਸਪੌਟ ਅਗਰ ਤੁਹਾਨੂੰ ਉਹ ਭੇਜਣਗੇ ਜਾ ਕੇ ਕਰਵਾਉਣ ਨੂੰ ਕਿ ਤੁਸੀਂ ਇਹਨੂੰ ਪ੍ਰਿੰਟ ਕਰਵਾ ਕੇ ਲਿਆਓ, ਤੁਹਾਡਾ ਬਹੁਤ ਟਾਈਮ ਵੇਸਟ ਹੋਏਗਾ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ। ਯੂ ਮਸਟ ਕੈਰੀ ਦੀਸ ਥਿੰਗਸ ਔਨ ਦ ਡੇ ਆਫ ਯੂਰ ਪੇਪਰ। ਠੀਕ ਹੈ, ਅੱਛਾ ਹੁਣ ਅਗਲੀ ਚੀਜ਼, ਪਹੁੰਚਣਾ ਕਿੰਨੇ ਵਜੇ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਕਿ ਵੈਸੇ ਤਾਂ ਪਤਾ ਹੀ ਹੈ ਕਿ ਪੇਪਰ 2 ਸ਼ਿਫਟਾਂ ਦੇ ਵਿੱਚ ਹੁੰਦਾ। ਠੀਕ ਹੈ, 2 ਸ਼ਿਫਟਾਂ ਦੇ ਵਿੱਚ ਕਿੱਦਾਂ, ਇੱਕ ਪੇਪਰ ਸਵੇਰੇ ਸ਼ੁਰੂ ਹੁੰਦਾ ਆ 9 ਵਜੇ, ਦੂਜਾ ਪੇਪਰ ਸ਼ੁਰੂ ਹੁੰਦਾ ਆ 1 ਵਜੇ। ਜਿਹੜੇ ਬੱਚੇ ਦਾ ਪੇਪਰ ਸਵੇਰੇ 9 ਵਜੇ ਹੁੰਦਾ ਆ, ਮਾਰਨਿੰਗ ਸਲੋਟ ਹੁੰਦਾ ਆ, ਉਹਨੂੰ ਸਵੇਰੇ 7:30 ਵਜੇ ਰਿਪੋਰਟ ਕਰਨ ਲਈ IDP ਕਹਿੰਦਾ ਕਿ ਉੱਥੇ ਸੈਂਟਰ ਪਹੁੰਚੇ 7:30 ਵਜੇ। 7:30 ਵਜੇ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਐਂਡ ਜਿਨ੍ਹਾਂ ਦਾ ਪੇਪਰ ਸ਼ਾਮ ਦਾ ਹੁੰਦਾ ਹੈ ਜਾਂ ਕਹਿ ਲਓ ਕਿ ਈਵਨਿੰਗ ਸਲੋਟ ਹੁੰਦਾ, ਉਹਨਾਂ ਦਾ ਪੇਪਰ 1 ਵਜੇ ਅਗਰ ਸ਼ੁਰੂ ਹੁੰਦਾ, ਦੇ ਮਸਟ ਰੀਚ ਦੇਅਰ ਬਾਏ 11 ਜਾਂ 11:30। ਹੁਣ ਕਰਨਾ ਕੀ ਹੈ, ਤੁਸੀਂ ਉੱਥੇ ਪਹੁੰਚ ਗਏ, ਠੀਕ ਹੈ, ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਈ, ਐਂਡ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਐਂਡ ਪੇਪਰ ਸ਼ੁਰੂ ਹੋਣ ਤੱਕ ਦੇਰ ਇਜ਼ ਅ ਸੈਟ ਟਾਈਮ ਜੋ ਤੁਹਾਡੇ ਕੋਲ ਉੱਥੇ ਹੈਗਾ ਆ। ਐਟਲੀਸਟ 1 ਘੰਟਾ 1.5 ਘੰਟਾ ਤੁਹਾਡੇ ਕੋਲ ਹੁੰਦਾ ਆ ਉੱਥੇ, ਵਿਚ ਯੂ ਆਰ ਸਪੋਜ਼ ਟੂ ਸਪੈਂਡ ਦੇਅਰ ਵਿਦਾਊਟ ਐਨੀ ਫੋਨ, ਐਂਡ ਤੁਸੀਂ ਜਸਟ ਆਰਾਮ ਦੇ ਨਾਲ ਤੁਹਾਨੂੰ ਬਹਿਣਾ ਹੁੰਦਾ ਕਿਤੇ ਨਾ ਕਿਤੇ। ਬੇਟਾ ਦੈਟ ਟਾਈਮ ਇਜ਼ ਵੈਰੀ ਕਰੂਸ਼ੀਅਲ। ਉਹ ਟਾਈਮ ਇਸ ਕਰਕੇ ਕਰੂਸ਼ੀਅਲ ਹੈ ਬਿਕੋਜ਼ ਤੁਸੀਂ ਪੇਪਰ ਲਈ ਫੁੱਲੀ ਪ੍ਰੀਪੇਅਰਡ ਹੁੰਦੇ ਹੋ, ਬਟ ਤੁਹਾਨੂੰ ਆਪਣਾ ਮਾਈਂਡ ਕੰਟਰੋਲ ਕਰਕੇ ਉੱਥੇ ਬੈਠਣਾ ਪੈਂਦਾ ਹੈ ਕਿ ਇਹ ਇਸ ਵੇਲੇ ਘਬਰਾਵੇ ਨਾ, ਜਾਂ ਇਹ ਇਸ ਵੇਲੇ ਕਿਸੇ ਦੀਆਂ ਗੱਲਾਂ 'ਚ ਨਾ ਆਵੇ।
ਐਂਡ ਮੇਰੀ ਇੱਕ ਸਰਟਨ ਇੱਕ ਐਡਵਾਈਸ ਹੈ ਹਰ ਬੱਚੇ ਨੂੰ, ਉਸ ਪੁਆਇੰਟ ਤੇ ਜਦੋਂ ਤੁਸੀਂ ਉੱਥੇ ਬੈਠੇ ਹੋ, ਰਜਿਸਟ੍ਰੇਸ਼ਨ ਕਰਾ ਲਈ ਹੈ ਐਂਡ ਤੁਹਾਡਾ ਪੇਪਰ ਹਲੇ ਸ਼ੁਰੂ ਨਹੀਂ ਹੋਇਆ, ਯੂ ਮਸਟ ਨਾਟ ਟਾਕ ਵਿਦ ਐਨੀਬਡੀ। ਤੁਹਾਨੂੰ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ, ਨਾ ਕਿਸੇ ਦੀ ਗੱਲਾਂ ਦਾ ਬਹੁਤਾ ਤੁਹਾਡੇ ਤੇ ਅਸਰ ਹੋਣਾ ਚਾਹੀਦਾ ਹੈ, ਕਿਉਂਕਿ ਹੋ ਸਕਦਾ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਲੱਗ ਪਵੇ ਐਂਡ ਤੁਹਾਨੂੰ ਕਹੇ ਕਿ ਮੇਰਾ ਤਾਂ ਪੇਪਰ ਜੀ, ਮੈਂ ਤਾਂ 8ਵੀਂ ਵਾਰੀ ਦੇਣ ਆਇਆ, ਮੈਂ ਤਾਂ 9ਵੀਂ ਵਾਰੀ ਪੇਪਰ ਦੇਣ ਆਇਆ, ਤੁਹਾਡਾ ਆਪਣਾ ਪਹਿਲਾ ਪੇਪਰ ਹੋਵੇ। ਸੋ ਤੁਸੀਂ ਮਨ ਦੇ ਵਿੱਚ ਡਾਊਟ ਕਰੋਗੇ, ਯਾਰ ਇਹਦਾ 8ਵੀਂ ਵਾਰੀ 'ਚ ਕਲੀਅਰ ਨਹੀਂ ਹੋਇਆ ਤਾਂ ਮੇਰਾ ਪਹਿਲੀ ਵਾਰੀ 'ਚ ਕਿੱਦਾਂ ਹੋ ਜਾਊਗਾ। ਸੋ ਦੈਟ ਵਿਲ ਡੀਮੋਟੀਵੇਟ ਯੂ। ਸੋ ਦਿਸ ਇਜ਼ ਮਾਈ ਹੰਬਲ ਰਿਕੁਐਸਟ ਕਿ ਕਦੀ ਵੀ ਉੱਥੇ ਬਹਿ ਕੇ ਕਿਸੇ ਨਾਲ ਗੱਲ ਨਾ ਕਰੋ। ਜਾਂ ਅਗਲੀ ਗੱਲ, ਇੱਕ ਹੋਰ ਚੀਜ਼, ਤੁਹਾਨੂੰ ਅਗਰ ਕੋਈ ਲੈਟਸ ਸੇ ਕੋਈ ਕਿਸੇ ਨਾਲ ਗੱਲ ਕਰ ਰਿਹਾ ਤੇ ਤੁਹਾਡੇ ਕੰਨਾਂ 'ਚ ਗੱਲ ਪੈ ਰਹੀ ਹੈ ਕਿ ਪੇਪਰ ਅੱਜ ਬਹੁਤ ਔਖਾ ਹੋਣਾ ਆ, ਪੇਪਰ ਇੱਦਾਂ ਆਉਣਾ ਆ, ਰੀਡਿੰਗ ਐਂ ਹੋ ਜੂਗੀ, ਮੈਂ ਤਾਂ ਤੁੱਕੇ ਲਾ ਦੂੰਗਾ, ਤੁਸੀਂ ਆਪਣਾ ਮਾਈਂਡ ਇਸ ਹਿਸਾਬ ਨਾਲ ਟ੍ਰੇਨ ਕਰੋ ਕਿ ਤੁਹਾਨੂੰ ਉਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ। ਬਿਕੋਜ਼ ਐਂਡ ਆਫ ਦਾ ਡੇ ਉਹ ਤੁਹਾਡੀਆਂ ਗੱਲਾਂ ਜੋ ਤੁਹਾਡੇ ਦਿਮਾਗ ਵਿੱਚ ਵੜਨਗੀਆਂ ਉਹ ਤੁਹਾਡਾ ਦਿਮਾਗ ਖਰਾਬ ਕਰਨਗੀਆਂ। ਐਂਡ ਪੇਪਰ ਤੋਂ ਇੰਨਾ ਪਹਿਲਾਂ ਤੁਹਾਡਾ ਦਿਮਾਗ ਖਰਾਬ ਹੋਣਾ ਤੁਹਾਡਾ ਪੇਪਰ ਖਰਾਬ ਕਰਾ ਸਕਦਾ ਹੈ। ਸੋ ਹਮੇਸ਼ਾ ਬੀ ਫੋਕਸਡ ਐਂਡ ਬੀ ਅਲਰਟ, ਡੂ ਨਾਟ ਟਾਕ ਵਿਦ ਐਨੀਬਡੀ, ਠੀਕ ਹੈ। ਐਂਡ ਦੂਜੀ ਗੱਲ, ਆਪਣਾ ਪਾਣੀ ਵਗੈਰਾ ਜਾਂ ਆਪਣਾ ਜੋ ਯੂ ਵਾਂਟ ਟੂ ਵਾਸ਼ਰੂਮ, ਯੂਜ਼ ਵਾਸ਼ਰੂਮ, ਤੁਸੀਂ ਉਹ ਪਹਿਲਾਂ ਆਪਣਾ ਜਾਇਓ ਉਸ ਮੌਕੇ ਤੇ। ਯੂ ਸ਼ੁਡ ਨਾਟ ਗੋ ਹੇਅਰ ਐਂਡ ਦੇਅਰ ਐਂਡ ਯੂ ਸ਼ੁਡ ਨਾਟ ਈਵਨ ਡਰਿੰਕ ਦੈਟ ਮਚ ਵਾਟਰ ਕਿ ਪੇਪਰ ਦੇ ਵਿੱਚ ਤੁਹਾਨੂੰ ਮੁਸ਼ਕਿਲ ਹੋਵੇ, ਠੀਕ ਹੈ। ਸੋ ਇਹ ਥੋੜ੍ਹਾ ਜਿਹਾ ਧਿਆਨ ਰੱਖਿਓ ਕਿ ਉਹ ਜਿਹੜਾ ਟਾਈਮ ਹੈ ਜਦੋਂ ਤੁਹਾਨੂੰ ਹਲੇ ਪੇਪਰ ਤੁਹਾਡਾ ਸ਼ੁਰੂ ਨਹੀਂ ਹੋਇਆ, ਯੂ ਮਸਟ ਸਟੇ ਫੋਕਸਡ, ਯੂ ਮਸਟ ਜਸਟ ਕੰਸੀਡਰ ਕਿ ਤੁਸੀਂ ਇਹ ਪੇਪਰ ਕਿਉਂ ਦੇ ਰਹੇ ਹੋ, ਉਹ ਤੁਹਾਨੂੰ ਫੋਕਸਡ ਰੱਖੇਗਾ। ਜਾਂ ਇੱਕ ਤੁਹਾਨੂੰ ਹੋਰ ਸੌਖਾ ਤਰੀਕਾ ਦੱਸਦਾ, ਇੱਕ ਉਹ ਬੀਡਸ ਵਾਲਾ ਜਿਹੜਾ ਕੜਾ ਹੁੰਦਾ ਉਹ ਨਾਲ ਲੈ ਲਓ, ਜਸਟ ਬੀਡਸ ਨੂੰ ਇੱਦਾਂ ਫੇਰਨਾ ਸ਼ੁਰੂ ਕਰ ਲਿਆ ਕਰੋ, ਠੀਕ ਹੈ। ਇਟਸ ਅ ਕਾਈਂਡ ਆਫ ਅ ਮੈਡੀਟੇਸ਼ਨ। ਜਾਂ ਕਹਿ ਲਓ ਕਿ ਕੜੇ ਨੂੰ, ਜੋ ਤੁਹਾਡਾ ਕੜਾ ਜੋ ਪਾਉਂਦੇ ਗੁੱਟ ਵਿੱਚ ਪਾਉਂਦੇ ਹੋ, ਉਹਨੂੰ ਜਸਟ ਲੈ ਕੇ ਜਸਟ ਉਹਦੇ ਨਾਲ ਆਰਾਮ ਦੇ ਨਾਲ ਉਹਨੂੰ ਹੱਥ 'ਚ ਫੜ ਕੇ ਜਸਟ ਫੋਕਸ ਦੇ ਨਾਲ ਆਪਣਾ ਮਾਈਂਡ ਕੰਟਰੋਲ ਕਰੋ, ਠੀਕ ਹੈ। ਦੈਟ ਇਜ਼ ਵੈਰੀ ਇੰਪੋਰਟੈਂਟ ਐਟ ਦੈਟ ਮੋਮੈਂਟ। ਸੋ ਇਹ ਆਪਾਂ ਇੱਕ ਧਿਆਨ ਰੱਖਣੀ ਹੈ। ਸੋ ਲੈਟਸ ਸੇ ਹੁਣ ਤੁਹਾਡਾ ਪੇਪਰ ਸ਼ੁਰੂ ਹੋ ਗਿਆ, ਠੀਕ ਹੈ, ਯੂ ਹੈਵ ਸਟਾਰਟਡ ਵਿਦ ਯੂਰ ਪੇਪਰ ਐਂਡ ਤੁਸੀਂ ਪ੍ਰੋਪਰ ਆਪਣੇ ਸੈਂਟਰ ਵਿੱਚ ਬਹਿ ਗਏ ਹੋ, ਠੀਕ ਹੈ। ਐਂਡ ਦੇਰ ਆਰ ਇਨਵਿਜੀਲੇਟਰਸ ਆਲ ਅਰਾਊਂਡ ਯੂ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਪੇਪਰ ਤੋਂ ਪਹਿਲਾਂ ਕਿ ਤੁਹਾਡਾ ਪਹਿਲਾ ਪੇਪਰ ਕਾਹਦਾ ਆ। ਹੁਣ ਮੈਂ ਤੁਹਾਨੂੰ ਇੱਕ ਸ਼ਡਿਊਲ, ਜੋ ਕ੍ਰੋਨੋਲੋਜੀਕਲ ਸ਼ਡਿਊਲ ਜਿਸ ਹਿਸਾਬ ਨਾਲ ਪੇਪਰ ਹੁੰਦਾ ਆ, ਮੈਂ ਤੁਹਾਨੂੰ ਉਹ ਦੱਸਦਾ। ਐਂਡ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਜਾਂਦੇ ਹੀ ਪਹਿਲਾਂ ਜਿਹੜਾ ਤੁਹਾਡਾ ਪੇਪਰ ਹੋਣਾ ਦੈਟ ਇਜ਼ ਆਫ ਯੋਰ ਰਾਈਟਿੰਗ। ਪਹਿਲਾਂ ਰਾਈਟਿੰਗ ਦਾ ਪੇਪਰ ਹੋਣਾ, ਫਿਰ ਉਸ ਤੋਂ ਬਾਅਦ ਲਿਸਨਿੰਗ ਹੋਏਗੀ, ਫਿਰ ਉਸ ਤੋਂ ਬਾਅਦ ਰੀਡਿੰਗ ਹੋਏਗੀ। ਸੋ ਦੈਟ ਮੀਨਸ ਕਿ ਜਾਂਦੇ ਸਾਰ ਤੁਹਾਡੇ ਸਾਹਮਣੇ ਦੇਰ ਵਿਲ ਬੀ ਟਾਸਕ 1 ਐਂਡ ਟਾਸਕ 2 ਜਿਹੜਾ ਕਿ ਤੁਹਾਨੂੰ ਲਿਖਣਾ ਪੈਣਾ ਆ, ਫਿਰ ਲਿਸਨਿੰਗ ਹੋਊਗੀ, ਫਿਰ ਉਸ ਤੋਂ ਬਾਅਦ ਰੀਡਿੰਗ ਹੋਊਗੀ, ਠੀਕ ਹੈ। ਸੋ ਇੱਕ ਚੀਜ਼ ਇਹ ਬਹੁਤ ਇੰਪੋਰਟੈਂਟ। ਐਂਡ ਰਾਈਟਿੰਗ ਵਿੱਚ ਕਿਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ। ਰਾਈਟਿੰਗ ਵਿੱਚ ਤੁਹਾਨੂੰ ਪਹਿਲੇ 5 ਮਿੰਟ ਆਪਣਾ ਕੁਐਸਚਨ ਪੇਪਰ ਸਮਝਣ ਨੂੰ ਲਾਉਣਾ ਚਾਹੀਦਾ ਆ। ਯੂ ਮਸਟ ਗਿਵ ਯੂਰ 5 ਮਿੰਟਸ ਟੂ ਜਸਟ ਪਲਾਨ ਯੂਰ ਰਾਈਟਿੰਗ ਟਾਸਕ 2, ਠੀਕ ਹੈ। ਰਾਈਟਿੰਗ ਟਾਸਕ 2 ਆਪਣਾ ਪਲਾਨ ਕਰ ਲਈ 5 ਮਿੰਟ ਚਾਹੀਦੇ ਨੇ ਐਂਡ ਫਿਰ ਉਸ ਤੋਂ ਬਾਅਦ ਲਿਖਣਾ ਸ਼ੁਰੂ ਕਰ ਦਿਓ। ਇਹ ਨਹੀਂ ਕਿ ਪ੍ਰੋਪਰ ਨਾਲ ਹੀ ਜਦੋਂ ਤੁਹਾਨੂੰ ਟੈਸਟ ਮਿਲਿਆ ਤੁਸੀਂ ਫਟਾਫਟ ਲਿਖਣਾ ਸ਼ੁਰੂ ਕਰਤਾ, ਫਲਾਣਾ ਕਰਨਾ ਸ਼ੁਰੂ ਕਰਤਾ। ਨੋ, ਡੂ ਨਾਟ ਡੂ ਦੈਟ। ਐਂਡ ਵਨ ਮੋਰ ਥਿੰਗ, ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਮਾਈ ਸੁਜੈਸ਼ਨ ਇਜ਼ ਯੂ ਮਸਟ ਡੂ ਫਸਟ ਟਾਸਕ 2। ਤੁਹਾਨੂੰ ਪਹਿਲਾਂ ਐਸੇ ਅਟੈਂਪਟ ਕਰਨਾ ਚਾਹੀਦਾ ਹੈ। ਐਸੇ ਅਟੈਂਪਟ ਕਰਨਾ ਕਿਉਂ ਇੰਪੋਰਟੈਂਟ ਹੈ, ਬਿਕੋਜ਼ ਐਸੇ ਦੀ ਇੱਕ ਤਾਂ ਜ਼ਿਆਦਾ ਵੇਟੇਜ ਹੁੰਦੀ ਹੈ, ਦੂਜੀ ਗੱਲ ਐਸੇ ਪੂਰਾ ਹੋਣਾ ਬਹੁਤ ਇੰਪੋਰਟੈਂਟ ਹੈ। ਪੂਰਾ ਹੋਣਾ ਕਿੱਦਾਂ, ਫॉर एग्जांपल ਕਿ we have a format, for example there is one introduction, BP part 1, BP 2 and then ਫਿਰ ਅਸੀਂ conclusion ਲਿਖਦੇ ਹਾਂ। ਸੋ conclusion ਅਗਰ ਨਹੀਂ ਲਿਖਾਂਗੇ ਜਾਂ ਅੱਧਾ ਲਿਖਾਂਗੇ that makes it very clear to the examiner ਕਿ ਇਹਦਾ ਬੱਚੇ ਦਾ ਪੇਪਰ incomplete ਹੈ। So this is my humble request, you must start your essay first ਤਾਂ ਕਿ ਤੁਹਾਡਾ essay ਖਤਮ ਹੋ ਜਾਏ ਐਂਡ ਉਸ ਤੋਂ ਬਾਅਦ ਟਾਸਕ 2 ਕਰਨਾ ਚਾਹੀਦਾ ਹੈ। ਹੁਣ ਟਾਸਕ 1 ਕਰਨਾ ਚਾਹੀਦਾ ਹੈ। ਹੁਣ ਟਾਸਕ 1 ਕਿਉਂ ਬਾਅਦ ਵਿੱਚ ਕਰਨਾ ਚਾਹੀਦਾ ਹੈ ਕਿ ਇਨ ਕੇਸ, ਕਿਉਂਕਿ ਓਵਰਆਲ ਅਸੀਂ ਪਹਿਲਾਂ ਲਿਖਦੇ ਹਾਂ ਜੋ ਕੈਂਬਰਿਜ ਨੇ ਫਾਰਮੈਟ ਪ੍ਰਿਸਕ੍ਰਾਈਬ ਕੀਤਾ ਹੈ ਉਹਦੇ ਵਿੱਚ ਕੀ ਹੈ, ਯੂ ਜਸਟ ਪੈਰਾਫਰੇਜ਼, ਯੂ ਰਾਈਟ ਓਵਰਆਲ ਐਂਡ ਉਸ ਤੋਂ ਬਾਅਦ ਫਿਰ ਤੁਸੀਂ BP1 ਐਂਡ BP2 ਲਿਖਦੇ ਹੋ ਟਾਸਕ 1 ਦੇ ਵਿੱਚ। ਉਸ ਅਕੋਰਡਿੰਗ ਅਗਰ ਦੇਖਿਆ ਜਾਵੇ ਤੇ ਉਹਨਾਂ ਨੇ ਕਿਹਾ ਹੁੰਦਾ ਰਾਈਟ ਰੈਲੇਵੈਂਟ ਇਨਫੋਰਮੇਸ਼ਨ ਗਿਵਨ। ਸੋ ਰੈਲੇਵੈਂਟ ਇਨਫੋਰਮੇਸ਼ਨ ਮਤਲਬ ਕੀ ਹੈ ਕਿ ਜੋ ਇੰਪੋਰਟੈਂਟ ਹੈ ਤੁਸੀਂ ਉਹ ਇਨਫੋਰਮੇਸ਼ਨ ਦੇ ਦਿਓ। ਐਂਡ ਅਗਰ ਬਾਈ ਚਾਂਸ ਤੁਹਾਡੀ ਲਾਸਟ ਲਾਈਨ ਟਾਸਕ 1 ਦੀ ਰਹਿ ਵੀ ਜਾਂਦੀ ਹੈ, ਠੀਕ ਹੈ, ਦੈਨ ਆਲਸੋ ਐਗਜ਼ਾਮੀਨਰ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਬਿਕੋਜ਼ ਤੁਹਾਡੇ ਕੋਲ ਇੱਕ ਰਾਈਟ ਹੈ ਕਹਿਣ ਨੂੰ ਕਿ ਮੈਨੂੰ ਸ਼ਾਇਦ ਉਹ ਰੈਲੇਵੈਂਟ ਲੱਗਾ ਹੀ ਨਹੀਂ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਤੁਹਾਡਾ ਰਾਈਟਿੰਗ ਟਾਸਕ 1 ਕੰਪਲੀਟ ਹੈ ਕਿ ਨਹੀਂ ਹੈ,
150 वर्ड टप्पण तो बाद एग्जामिनर ਨੂੰ ਨਹੀਂ ਪਤਾ ਲੱਗੇਗਾ। ਹਾਂ ਫੁੱਲ ਸਟਾਪ ਬਕਾਇਦਾ ਪਿਆ ਹੋਣਾ ਚਾਹੀਦਾ, ਇਹ ਨਹੀਂ ਕਿ ਹਾਫ ਲਾਈਨ ਛੱਡ ਦਿੱਤੀ, ਤੁਹਾਡਾ ਫੁੱਲ ਸਟਾਪ ਬਕਾਇਦਾ ਪਿਆ ਹੋਇਆ 150 ਵਰਡਸ ਤੋਂ ਉੱਤੇ ਹੈ। ਅਗਰ ਤੁਸੀਂ ਇੱਕ ਪੁਆਇੰਟ ਨਹੀਂ ਵੀ ਲਿਖਿਆ ਦੈਨ ਇਟ ਵਿਲ ਬੀ ਕੰਸੀਡਰਡ ਕਿ ਉਹ ਕੰਪਲੀਟ ਹੈਗਾ ਆ। ਯੂ ਕੈਨ ਲਿਟਰਲੀ ਪ੍ਰੂਵ ਦੈਟ which you cannot do in case of task 2. So this is very important. Task 2 ਪਹਿਲਾਂ ਕਰਨਾ ਚਾਹੀਦਾ ਹੈ ਤੇ task 1 ਬਾਅਦ ਵਿੱਚ ਕਰਨਾ ਚਾਹੀਦਾ ਹੈ ਐਂਡ weightage ਦੇ ਅਕੋਰਡਿੰਗ ਵੀ ਇਹੀ ਬਣਦੀ ਹੈ। ਸੋ ਇਸ ਹਿਸਾਬ ਦੇ ਨਾਲ ਤੁਹਾਨੂੰ ਰਾਈਟਿੰਗ ਨੂੰ ਆਪਣੀ ਨੂੰ ਅਟੈਂਪਟ ਕਰਨਾ ਚਾਹੀਦਾ ਹੈ। ਐਂਡ ਵਨ ਮੋਰ ਥਿੰਗ, ਰਾਈਟਿੰਗ ਜਦੋਂ ਤੁਸੀਂ ਅਟੈਂਪਟ ਕਰਦੇ ਪਏ ਹੋ ਤੁਹਾਡਾ ਫੋਕਸ ਸਿਰਫ ਤੁਹਾਡੀ ਸ਼ੀਟ ਤੇ ਹੋਣਾ ਚਾਹੀਦਾ। ਡੂ ਨਾਟ ਜਸਟ ਸਟਾਰਟ ਲੁਕਿੰਗ ਐਟ ਦ ਸ਼ੀਟ ਐਂਡ ਬਾਅਦ ਵਿੱਚ ਇੱਧਰ ਉੱਧਰ ਦੇਖੋ ਵੀ ਕੋਈ ਮੇਰੀ ਹੈਲਪ ਆਊਟ ਕਰੇਗਾ, ਬਿਕੋਜ਼ ਤੁਸੀਂ ਉੱਥੇ ਜਿਹੜਾ ਬੱਚਾ ਪ੍ਰੋਪਰ ਪ੍ਰਿਪੇਅਰ ਕਰਕੇ ਆਇਆ ਐਂਡ ਉਹ ਅਟੈਂਟਿਵ ਹੈ ਉਹਨੂੰ ਕੋਈ ਹੱਕ ਨਹੀਂ ਹੈ ਕਿ ਇਸ ਮੌਕੇ 'ਤੇ ਇੱਧਰ ਉੱਧਰ ਦੇਖਣ ਦਾ। ਆਪਣੀ ਪ੍ਰੈਪਰੇਸ਼ਨ 'ਤੇ ਪੂਰਾ ਵਿਸ਼ਵਾਸ ਰੱਖੋ, ਜਸਟ ਦੇਖੋ ਕਿ ਤੁਸੀਂ ਕੀ ਸਿੱਖ ਕੇ ਆਏ ਹੋ ਐਂਡ ਉਸ ਅਕੋਰਡਿੰਗ ਆਪਣਾ ਰਾਈਟਿੰਗ ਟਾਸਕ 2 ਐਂਡ ਰਾਈਟਿੰਗ ਟਾਸਕ 1 ਲਿਖੋ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਐਂਡ ਟਾਸਕ 2 ਲਿਖਣ ਤੋਂ ਪਹਿਲਾਂ ਤੁਹਾਡੇ ਕੋਲ ਟਾਸਕ 2 ਦਾ ਬਲੂਪ੍ਰਿੰਟ ਹੋਣਾ ਚਾਹੀਦਾ ਕਿ ਆਹ ਮੈਂ ਪੁਆਇੰਟ ਲਿਖਣੇ ਆ ਉਹ BP1 ਵਿੱਚ, ਆਹ ਪੁਆਇੰਟ ਮੈਂ ਲਿਖਣੇ BP2 ਵਿੱਚ ਐਂਡ ਇੱਦਾਂ ਮੈਂ ਕਨਕਲੂਜਨ ਕਰਨਾ ਹੈ। ਠੀਕ ਹੈ, ਅਗਰ ਇਸ ਬਾਰੇ ਜ਼ਿਆਦਾ ਐਲੈਬੋਰੇਸ਼ਨ ਚਾਹੀਦੀ ਹੈ, ਹਾਊ ਟੂ ਰਾਈਟ ਅ ਗੁੱਡ ਐਸੇ ਆਇਲਸ ਐਸੇ, ਦੇਰ ਇਜ਼ ਅ ਲਿੰਕ ਇਨ ਦ ਡਿਸਕ੍ਰਿਪਸ਼ਨ ਬਾਕਸ, ਤੁਸੀਂ ਉੱਥੇ ਜਾ ਕੇ ਉਹਨੂੰ ਦੇਖ ਸਕਦੇ ਹੋ। ਅੱਛਾ, ਰਾਈਟਿੰਗ ਤੋਂ ਬਾਅਦ ਹੁਣ ਕੀ ਧਿਆਨ ਰੱਖਣਾ? ਰਾਈਟਿੰਗ ਤੋਂ ਬਾਅਦ ਸੈਕਿੰਡ ਜੋ ਤੁਹਾਡਾ ਪੇਪਰ ਹੁੰਦਾ ਦੈਟ ਇਜ਼ ਯੂਰ ਲਿਸਨਿੰਗ। ਲਿਸਨਿੰਗ ਵਿੱਚ ਇੱਕ ਜੋ ਬਹੁਤ ਵਧੀਆ ਚੀਜ਼ ਹੈ ਦੈਟ ਇਜ਼ ਕਿ ਲਿਸਨਿੰਗ ਦੇ ਵਿੱਚ ਤੁਸੀਂ ਜਦੋਂ ਪੇਪਰ ਦੇਣ ਬਾਰੇ ਉੱਥੇ ਬੈਠੇ ਹੁੰਦੇ ਹੋ ਦੇਰ ਇਜ਼ ਅ ਕਾਈਂਡ ਆਫ ਅਡੈਪਟਰ, ਇੱਕ ਅਡੈਪਟਰ ਹੁੰਦਾ ਆ। ਠੀਕ ਹੈ, ਜਿਸ ਅਕੋਰਡਿੰਗ ਤੁਸੀਂ ਆਪਣੀ ਜੋ ਆਵਾਜ਼ ਹੈਗੀ ਹੈ ਉਸ ਨੂੰ ਠੀਕ ਕਰ ਸਕਦੇ ਹੋ ਕਿ ਤੁਹਾਨੂੰ ਜ਼ਿਆਦਾ ਚਾਹੀਦੀ ਛੋਟੀ ਚਾਹੀਦੀ ਹੈ। ਸੋ ਪਹਿਲੀ ਗੱਲ ਤਾਂ ਉਹ ਧਿਆਨ ਰੱਖ ਲਿਓ। ਠੀਕ ਹੈ, ਉਹ ਬਹੁਤ ਇੰਪੋਰਟੈਂਟ ਹੈ। ਐਂਡ ਸੈਕਿੰਡ ਥਿੰਗ ਜੋ ਯੂ ਮਸਟ ਆਲਸੋ ਕੰਸੀਡਰ ਵਾਈਲ ਸਿਟਿੰਗ ਇਨ ਦ ਰੂਮ, ਜੋ ਤੁਹਾਡਾ ਪ੍ਰੋਪਰ ਜਿੱਥੇ ਪੇਪਰ ਹੋ ਰਿਹਾ, ਇੱਕ ਧਿਆਨ ਰੱਖਿਓ ਕਿ ਤੁਹਾਡੀ ਜੋ ਸੀਟ ਹੈ ਉਹ ਕਿੰਨੀ ਕੁ ਦੂਰ ਹੈ ਟਾਈਮ ਵਾਚ ਤੋਂ। ਕੀ ਤੁਹਾਨੂੰ ਟਾਈਮ ਦਿਸ ਰਿਹਾ? ਕੀ ਰਾਈਟਿੰਗ ਵਿੱਚ ਤੁਹਾਨੂੰ ਟਾਈਮ ਸੈੱਟ ਦਿਸ ਗਿਆ ਸੀਗਾ ਕਿ ਮੇਰੇ 50 ਮਿੰਟ ਹੋ ਗਏ ਨੇ, ਮੇਰੇ 55 ਮਿੰਟ ਹੋ ਗਏ ਨੇ, ਮੇਰੇ 40 ਮਿੰਟ ਹੋ ਗਏ ਨੇ, ਕਿੰਨਾ ਟਾਈਮ ਹੋ ਗਿਆ? ਕੀ ਤੁਹਾਨੂੰ ਟਾਈਮ ਪੂਰਾ ਦਿਸ ਗਿਆ ਸੀ? ਕਿਉਂਕਿ ਬਾਅਦ ਵਿੱਚ ਉਹ ਤੁਹਾਡੇ ਲਿਸਨਿੰਗ ਐਂਡ ਰੀਡਿੰਗ ਵਿੱਚ ਵੀ ਕੰਮ ਆਏਗਾ। ਜਦੋਂ ਲਿਸਨਿੰਗ ਦੇ ਆਨਸਰਸ ਟ੍ਰਾਂਸਫਰ ਕਰੋਗੇ ਦੇ ਜਸਟ ਗਿਵ ਯੂ 10 ਮਿੰਟਸ। ਸੋ ਦੈਟ ਮੀਨਸ ਤੁਹਾਨੂੰ ਤੁਹਾਡੀ ਸੀਟ ਤੋਂ ਦਿਖਣਾ ਚਾਹੀਦਾ ਹੈ ਟਾਈਮ ਜੋ ਟਾਈਮ ਚੱਲਦਾ ਘੜੀ 'ਤੇ। ਅਗਰ ਨਹੀਂ ਦਿਖਦਾ ਜਸਟ ਇਨਵਿਜੀਲੇਟਰ ਨੂੰ ਕਹਿ ਦਿਓ ਕਿ ਦੈਟ ਕਲੌਕ ਇਜ਼ ਨਾਟ ਵਿਜ਼ੀਬਲ ਟੂ ਮੀ, ਮੇਰੀ ਸੀਟ ਚੇਂਜ ਕਰ ਦਿਓ। ਐਂਡ ਇੱਕ ਹੋਰ ਚੀਜ਼ ਜੋ ਧਿਆਨ ਰੱਖਣੀ ਹੈ ਸੀਟ 'ਤੇ ਬਹਿ ਕੇ, ਉਹ ਇਹ ਕਿ ਕੀ AC ਦੀ ਡਾਇਰੈਕਟ ਹਵਾ ਤੁਹਾਡੇ 'ਤੇ ਨਾ ਪੈ ਰਹੀ। ਕਹਿਣ ਦਾ ਮਤਲਬ ਕੀ ਹੈ ਕਿ ਇਫ ਯੂ ਆਰ ਨਾਟ ਕੰਫਰਟੇਬਲ ਓਵਰ ਯੂਰ ਸੀਟ ਤੇ ਬੇਟਾ ਜਸਟ ਉੱਥੇ ਬੋਲ ਦਿਓ, ਉਹਨਾਂ ਨੂੰ ਕਹੋ ਕਿ ਆਈ ਐਮ ਨਾਟ ਕੰਫਰਟੇਬਲ, ਮੇਰੀ ਸੀਟ ਚੇਂਜ ਕਰ ਦਿਓ, ਜਸਟ ਬਿਕੋਜ਼ 15,500 ਰੁਪਇਆ ਤੁਸੀਂ ਪੇਪਰ ਦੀ ਫੀਸ ਦਿੱਤੀ ਹੈ। ਸੋ ਦੇ should give you facility, you are obligatory to have it. So ਇਹ ਥੋੜਾ ਜਿਹਾ ਧਿਆਨ ਰੱਖਿਓ ਕਿ if you are not comfortable just ਉਹਨਾਂ ਨੂੰ ਕਹਿ ਦਿਓ that I am not comfortable. ਬੈਕ ਟੂ ਲਿਸਨਿੰਗ, ਹੁਣ ਲਿਸਨਿੰਗ ਬਾਰੇ ਗੱਲ ਕਰਦੇ ਹਾਂ। ਲਿਸਨਿੰਗ ਵਿੱਚ ਜੋ ਚਾਰੇ ਜੋ ਤੁਸੀਂ ਸੈਕਸ਼ਨਸ ਕਰਨੇ ਹੁੰਦੇ ਆ, ਤੁਹਾਨੂੰ ਪਤਾ ਉਹਨਾਂ ਵਿੱਚ ਛੋਟਾ ਜਿਹਾ ਇੱਕ ਉਹ 30 ਸੈਕਿੰਡਸ ਦੀ ਬ੍ਰੇਕ ਹੁੰਦੀ ਹੈ ਜਿਹਦੇ ਵਿੱਚ ਕਹਿੰਦੇ ਦਿਸ ਇਜ਼ ਦ ਫਸਟ ਸੈਕਸ਼ਨ ਆਫ ਦ ਆਇਲਸ ਕੈਂਬਰਿਜ ਫਲਾਨਾ ਫਲਾਨਾ ਫਲਾਨਾ। ਉਸ ਵੇਲੇ ਡੋਂਟ ਲੁੱਕ ਹੇਅਰ ਐਂਡ ਦੇਅਰ, ਇੱਧਰ ਉੱਧਰ ਨਾ ਦੇਖਿਓ, ਜਸਟ ਫੋਕਸ ਔਨ ਯੋਰ ਨੈਕਸਟ ਕੁਐਸਚਨਸ ਜੋ ਆਉਣੇ ਨੇ। ਲਿਸਨਿੰਗ ਦੇ ਵਿੱਚ ਤੁਹਾਡਾ ਦਿਮਾਗ ਜਿਹੜਾ ਹੈਗਾ ਆ ਦੈਟ ਮਸਟ ਬੀ ਔਨ ਦ ਰਿਕਾਰਡ, ਜੋ ਚੱਲ ਰਿਹਾ, ਜੋ ਟਰੈਕ ਚੱਲ ਰਿਹਾ ਹੈ। ਤੁਹਾਡਾ ਦਿਮਾਗ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ। ਐਂਡ ਹੋਰ ਚੀਜ਼, ਅਗਰ ਤੁਹਾਨੂੰ ਕੋਈ ਉਸ ਵੇਲੇ ਤੰਗ ਕਰ ਰਿਹਾ ਕਿ ਮੈਨੂੰ ਫਲਾਣੇ ਦਾ ਆਨਸਰ ਦੱਸ ਦੇ, ਧਮਕੜੇ ਦਾ ਆਨਸਰ ਦੱਸ ਦੇ, ਬੇਟਾ ਡੂ ਨਾਟ ਟੈਲ ਦੈਮ ਐਨੀਥਿੰਗ, ਜਾਂ ਉਸ ਵੇਲੇ ਜਸਟ ਉਹਨਾਂ ਨੂੰ ਇਗਨੋਰ ਮਾਰੋ, ਆਪਣਾ ਪੇਪਰ ਕਰੋ। ਉਸ ਤੋਂ ਬਾਅਦ ਅਗਰ ਸਮਾਜ ਸੇਵਾ ਕਰਨੀ ਯੂ ਕੈਨ ਡੂ, ਬਟ ਉਸ ਤੋਂ ਪਹਿਲਾਂ ਤੁਹਾਨੂੰ ਨਹੀਂ ਕਰਨੀ ਚਾਹੀਦੀ। ਅਗਰ ਕੋਈ ਹਟ ਹੀ ਨਹੀਂ ਰਿਹਾ ਤੇ ਇਨਵਿਜੀਲੇਟਰ ਨੂੰ ਫਿਰ ਕਹੋ ਕਿ ਦੈਟ ਬॉय ਦੈਟ ਗਰਲ ਇਜ਼ ਕਾਜ਼ਿੰਗ ਨਿਊਸੈਂਸ ਐਂਡ ਉਸ ਕਰਕੇ ਮੇਰਾ ਧਿਆਨ ਭੰਗ ਹੋ ਰਿਹਾ। ਤੁਹਾਨੂੰ ਇਹ ਕਹਿਣਾ ਬਣਦਾ ਆ, ਤੁਹਾਡਾ ਇੰਪੋਰਟੈਂਟ ਹੈ ਤੁਹਾਨੂੰ ਗੱਲ ਕਹਿਣੀ। ਕਿਉਂ? ਕਿਉਂਕਿ ਤੁਸੀਂ ਬੇਟਾ ਪ੍ਰੀਪੇਅਰ ਕੀਤਾ ਹੈ ਐਂਡ ਆਇਲਸ ਦਾ ਪੇਪਰ ਬਾਰ-ਬਾਰ ਨਹੀਂ ਦਿੱਤਾ ਜਾਂਦਾ, ਬਹੁਤ ਮਹਿੰਗਾ ਪੇਪਰ ਹੈ। ਸੋ ਇਹਦਾ ਥੋੜਾ ਜਿਹਾ ਧਿਆਨ ਰੱਖਿਓ ਕਿ ਲਿਸਨਿੰਗ ਵੇਲੇ ਜਾਂ ਰੀਡਿੰਗ ਵੇਲੇ ਅਗਰ ਤੁਹਾਨੂੰ ਕੋਈ ਤੰਗ ਕਰ ਰਿਹਾ, ਤੁਹਾਨੂੰ ਪਿੱਛੇੋਂ ਕੋਈ ਪੁੱਛ ਰਿਹਾ ਆਨਸਰ ਜਾਂ ਕੋਈ ਤੁਹਾਡੇ ਅੱਗੇ ਪੁੱਛ ਰਿਹਾ, ਤੁਹਾਨੂੰ ਨਹੀਂ ਉਸ ਵੇਲੇ ਤੁਹਾਡਾ ਮਾਈਂਡ ਹਿੱਲਣਾ ਚਾਹੀਦਾ। ਤੁਸੀਂ ਉਸ ਵੇਲੇ ਪੂਰਾ ਫੋਕਸ ਆਪਣੇ ਪੇਪਰ ਵਿੱਚ ਰੱਖੋ, ਜਾਂ ਉਸ ਬੰਦੇ ਨੂੰ ਡਾਇਰੈਕਟਲੀ ਕਹੋ ਕਿ ਪਹਿਲਾਂ ਮੈਨੂੰ ਕਰ ਲੈਣ ਦੇ ਫਿਰ ਤੇ ਮੈਂ ਤੈਨੂੰ ਕਰਵਾ ਦੂੰਗਾ। ਆਪਣੇ ਪੇਪਰ ਚੱਲਦੇ ਵਿੱਚ ਉਹਨੂੰ ਕੁਛ ਦੱਸਣ ਦੀ ਲੋੜ ਨਹੀਂ ਹੈਗੀ, ਪੇਪਰ ਹੋ ਜਾਵੇ ਫਿਰ ਕਰ ਲਿਓ ਜਿੰਨੀ ਸਮਾਜ ਸੇਵਾ ਕਰਨੀ ਹੈ, ਦੈਟ ਇਜ਼ ਯੋਰ ਵਿਸ਼। ਮੈਂ ਉਹਦੇ ਵੈਸੇ ਹੱਕ 'ਚ ਨਹੀਂ ਹਾਂ। ਆਲ ਰਾਈਟ, ਲਿਸਨਿੰਗ ਜਦੋਂ ਤੁਹਾਡੀ ਹੋ ਗਈ, ਤੁਹਾਨੂੰ ਪਤਾ ਹੈ ਕਿ ਤੁਹਾਨੂੰ 10 ਮਿੰਟ ਮਿਲਣਗੇ ਆਨਸਰ ਨੋਟ ਡਾਊਨ ਕਰਨ ਨੂੰ। ਆਨਸਰ ਨੋਟ ਡਾਊਨ ਕਰਨ ਲੱਗੇ ਇੱਕ ਚੀਜ਼ ਹਮੇਸ਼ਾ ਧਿਆਨ ਰੱਖਿਓ ਕਿ ਤੁਸੀਂ ਜੋ ਆਨਸਰ ਨੋਟ ਕਰ ਰਹੇ ਹੋ ਕਿ ਉਹ ਆਰਡਰ ਵਿੱਚ ਕਰ ਰਹੇ ਹੋ,
ਕਿਤੇ ਇਦਾਂ ਤਾਂ ਨਹੀਂ ਕਿ ਪਹਿਲੇ ਦਾ ਆਨਸਰ ਦੂਜੇ ਤੇ, ਦੂਜੇ ਦਾ ਤੀਜੇ ਤੇ, ਤੀਜੇ ਦਾ ਚੌਥੇ ਤੇ, ਚੌਥੇ ਦਾ ਪੰਜਵੇਂ ਤੇ ਬਾਅਦ ਵਿੱਚ 40ਵੇਂ ਦਾ ਜਦੋਂ 41ਵਾਂ ਬਣਿਆ ਫਿਰ ਤੁਹਾਨੂੰ ਪਤਾ ਲੱਗੇ ਉਹ ਮੈਂ ਤਾਂ ਗੜਬੜ ਕਰ ਬੈਠਾ। ਸੋ ਮਤਲਬ ਆਨਸਰ ਨੋਟ ਕਰਨੇ ਉਸ ਸ਼ੀਟ ਤੇ, ਦੈਟ ਇਜ਼ ਬੇਟਾ ਆਲਸੋ ਪਾਰਟ ਆਫ ਦਾ ਪੇਪਰ। ਇਹ ਨਹੀਂ ਕਿ ਤੁਹਾਡੇ ਲਿਸਨਿੰਗ ਚੋਂ 40 ਠੀਕ ਹੋ ਜਾਣਗੇ ਤੇ ਆਨਸਰ ਨੋਟ ਤੁਸੀਂ ਗਲਤ ਕਰ ਲੈ। ਨੋਟਿੰਗ ਦਾ ਆਨਸਰਸ ਦੈਟ ਇਜ਼ ਆਲਸੋ ਪਾਰਟ ਆਫ ਦਾ ਪੇਪਰ। ਸੋ ਪਲੀਜ਼ ਇਹ ਥੋੜਾ ਜਿਹਾ ਧਿਆਨ ਰੱਖ ਲਿਓ। ਐਂਡ ਲਿਸਨਿੰਗ ਦੇ ਵਿੱਚ ਇੱਕ ਚੀਜ਼ ਹੋਰ ਧਿਆਨ ਰੱਖਿਓ, ਅਗਰ ਤੁਹਾਨੂੰ ਲਿਸਨਿੰਗ ਆਡੀਬਲ ਨਹੀਂ ਹੈਗੀ, ਤੁਹਾਡਾ ਕਿਤੇ ਟੁੱਟ ਰਿਹਾ, ਥੋੜਾ ਬਹੁਤਾ ਕਨੈਕਸ਼ਨ ਟੁੱਟ ਰਿਹਾ ਜਾਂ ਉਹ ਤੁਹਾਡੀ ਆਵਾਜ਼ ਨਹੀਂ ਸੁਣ ਰਹੀ, ਉਸ ਵੇਲੇ ਜਸਟ ਗਿਵ them ਅਲਰਟ ਕਿ ਮੇਰੀ ਲਿਸਨਿੰਗ ਖਰਾਬ ਹੈ, ਮੇਰਾ ਹੈਡਫੋਨਸ ਖਰਾਬ ਨੇ, ਐਂਡ ਉਹ ਇੱਕ ਵਾਰੀ ਚੇਂਜ ਕਰਵਾ ਲਓ। ਕਿਉਂਕਿ ਅਗਰ ਨਹੀਂ ਚੇਂਜ ਕਰਵਾਓਗੇ ਤੇ ਪੇਪਰ ਤੁਹਾਡੇ ਖਰਾਬ ਹੋਏਗਾ, ਇਨਵਿਜੀਲੇਟਰਸ ਦਾ ਕੁਝ ਨਹੀਂ ਜਾਣਾ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਇੱਕ ਹੈਗੀ ਆ। ਇਸ ਤੋਂ ਬਾਅਦ ਹੁਣ ਅਗਲੀ ਚੀਜ਼ ਜਿਹੜੀ ਕਰਨੀ ਬਹੁਤ ਇੰਪੋਰਟੈਂਟ, ਰੀਡਿੰਗ। ਰੀਡਿੰਗ ਵਿੱਚ ਜੋ ਧਿਆਨ ਰੱਖਣਾ ਚਾਹੀਦਾ ਹੈ, ਪਹਿਲੀ ਗੱਲ ਤਾਂ ਇੱਕ ਧਿਆਨ ਰੱਖਿਓ, ਹਰ ਬੱਚਾ ਦਿਮਾਗ ਵਿੱਚ ਇਹ ਲੈ ਕੇ ਆਏਗਾ ਕਿਤੇ ਨਾ ਕਿਤੋਂ ਸੁਣ ਕੇ ਕਿ ਫਲਾਨੀ ਅੱਜ ਰੀਡਿੰਗ ਸੌਖੀ ਆਉਣੀ ਹੈ, ਫਲਾਨੀ ਅੱਜ ਇੱਦਾਂ ਆਉਣੀ ਹੈ, ਉਹ ਵਾਲਾ ਪੈਸੇਜ ਔਖਾ ਆਏਗਾ, ਆਹ ਵਾਲੀ ਰੀਡਿੰਗ ਇੱਥੇ ਆ, ਅਗਰ ਮੈਂ ਇੱਦਾਂ ਕਰੂੰਗਾ ਤਾਂ ਮੈਂ ਜ਼ਿਆਦਾ ਈਜ਼ੀਲੀ ਕਰ ਪਾਊਂਗਾ। ਬੇਟਾ ਉਹ ਗੱਲਾਂ ਉਹਨਾਂ ਦੇ ਨਾਲ, ਤੁਹਾਡੀ ਪ੍ਰੈਪਰੇਸ਼ਨ ਤੁਹਾਡੇ ਅਕੋਰਡਿੰਗ ਹੋਣੀ ਚਾਹੀਦੀ ਹੈ। ਕਹਿਣ ਦਾ ਮਤਲਬ ਕੀ ਹੈ, ਰੀਡਿੰਗ ਵਿੱਚ ਤੁਸੀਂ ਕਿਸੇ ਬੰਦੇ ਦੀ ਗੱਲਾਂ 'ਚ ਨਹੀਂ ਆਉਣਾ। ਐਂਡ ਦੂਜੀ ਗੱਲ, ਅਗਰ ਜਦੋਂ ਤੁਸੀਂ ਰੀਡਿੰਗ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਹਿਲਾ ਪੈਸੇਜ ਮੈਂ ਕਿਹੜਾ ਕਰਾਂ, ਸੈਕੰਡ ਪੈਸੇਜ ਮੈਂ ਕਿਹੜਾ ਕਰਾਂ, ਥਰਡ ਪੈਸੇਜ ਮੈਂ ਕਿਹੜਾ ਕਰਾਂ। ਇਸ ਬਾਰੇ ਵੈਸੇ ਮੈਂ ਵੱਖਰੀ ਵੀਡੀਓ ਬਣਾ ਦੂੰਗਾ ਕਿ ਰੀਡਿੰਗ ਮੋਡਿਊਲ ਨੂੰ ਕਿੱਦਾਂ ਟੈਕਲ ਕਰਨਾ ਚਾਹੀਦਾ ਹੈ। ਬਟ ਹਮੇਸ਼ਾ ਇੱਕ ਗੱਲ ਧਿਆਨ ਰੱਖਿਓ ਜੋ ਬਹੁਤ ਇੰਪੋਰਟੈਂਟ ਹੈ, ਲਿਸਨਿੰਗ ਵੇਲੇ ਵੀ ਐਂਡ ਰੀਡਿੰਗ ਵੇਲੇ ਵੀ ਤੁਹਾਨੂੰ ਕਿਸੇ ਨੂੰ ਕੋਈ ਉਸ ਵੇਲੇ ਹੈਲਪ ਨਹੀਂ ਕਰਨੀ ਜਦੋਂ ਤੁਸੀਂ ਖੁਦ ਸੋਲਵ ਕਰ ਰਹੇ ਹੋ। If somebody is disturbing, just simply ask the invigilator, ਕਹਿ ਦਿਓ, ਰੀਡਿੰਗ ਵਿੱਚ ਵੀ ਕਹਿ ਦਿਓ, ਬਿਕੋਜ਼ ਤੁਹਾਡਾ ਮਾਈਂਡਸੈਟ, ਤੁਹਾਡਾ ਫੋਕਸ ਨਹੀਂ ਹਿੱਲਣਾ ਚਾਹੀਦਾ। ਇਹ ਬਹੁਤ ਕ੍ਰੂਸ਼ੀਅਲ ਹੈ। ਐਂਡ ਅਗਲੀ ਗੱਲ ਤੁਹਾਨੂੰ ਚੀਜ਼ ਜਿਹੜੀ ਹੋਰ ਧਿਆਨ ਰੱਖਣੀ ਚਾਹੀਦੀ ਹੈ, ਲਿਸਨਿੰਗ ਵਿੱਚ ਤੁਹਾਨੂੰ ਐਕਸਟਰਾ 10 ਮਿੰਟ ਮਿਲ ਜਾਂਦੇ ਨੇ ਟੂ ਨੋਟ ਡਾਊਨ ਦਾ ਆਨਸਰਸ, ਬਟ ਰੀਡਿੰਗ ਦੇ ਵਿੱਚ ਤੁਹਾਨੂੰ ਉਹਨਾਂ 60 ਮਿੰਟਾਂ ਦੇ ਵਿੱਚ ਹੀ ਆਨਸਰ ਨੋਟ ਡਾਊਨ ਕਰਨੇ ਪੈਂਦੇ ਹੁੰਦੇ ਆ ਸ਼ੀਟ ਤੇ। ਸੋ ਮੇਰੀ ਇਹ ਹਦਾਇਤ ਹੈ ਕਿ ਪਹਿਲਾਂ 2 ਪੈਸੇਜ ਕਰਕੇ ਆਨਸਰਸ ਨੋਟ ਕਰ ਲਓ ਐਂਡ ਥਰਡ ਪੈਸੇਜ ਨੂੰ ਬਾਅਦ ਵਿੱਚ ਨੋਟ ਕਰ ਲਿਓ। ਕਿਉਂਕਿ ਅਗਰ ਜਿਹੜੇ ਬੱਚੇ ਨਾਲ ਨੋਟ ਡਾਊਨ ਕਰਦੇ ਆ, ਸੋ ਨਾਲ ਨੋਟ ਕਰਦੇ ਕਰਦੇ ਕਈ ਵਾਰੀ ਹੋ ਸਕਦਾ ਉਹਨਾਂ ਦਾ ਟਾਈਮ ਜ਼ਿਆਦਾ ਵੇਸਟ ਹੋਵੇ। ਅਗਰ ਕਰ ਸਕਦੇ ਹੋ ਤਾਂ ਬਹੁਤ ਵਧੀਆ, ਬਟ ਅਗਰ ਤੁਹਾਡਾ ਟਾਈਮ ਨਹੀਂ ਮੈਨੇਜ ਹੁੰਦਾ ਤੇ 2 ਪੈਸੇਜ ਸੋਲਵ ਕਰਕੇ ਉਹਨਾਂ ਦੇ ਆਨਸਰਸ ਨੋਟ ਕਰ ਲਓ, ਉਸ ਤੋਂ ਬਾਅਦ ਥਰਡ ਪੈਸੇਜ ਕਰਕੇ ਉਹਦੇ ਆਨਸਰ ਬਾਅਦ ਵਿੱਚ ਨੋਟ ਕਰ ਲਿਓ। ਐਂਡ ਇੱਕ ਚੀਜ਼ ਹੋਰ, ਕਦੀ ਵੀ ਨਾ ਲਿਸਨਿੰਗ ਦੇ ਵਿੱਚ ਨਾ ਰੀਡਿੰਗ ਦੇ ਵਿੱਚ ਕੋਈ ਵੀ ਆਨਸਰ ਖਾਲੀ ਨਾ ਛੱਡਿਓ। ਅਗਰ ਨਹੀਂ ਲੱਭਦਾ ਤੁੱਕਾ ਲਾ ਦਿਓ, ਕੋਈ ਚੱਕਰ ਨਹੀਂ, ਲਾਸਟ 10 ਸੈਕਿੰਡਸ ਵਿੱਚ ਤੁੱਕਾ ਲਾ ਦਿਓ, ਬਟ ਖਾਲੀ ਨਾ ਛੱਡਿਓ, ਬਿਕੋਜ਼ ਕਈ ਵਾਰੀ ਹੋ ਸਕਦਾ ਠੀਕ ਹੋ ਜਾਵੇ। ਨੈਗੇਟਿਵ ਮਾਰਕਿੰਗ ਤਾਂ ਹੈ ਨਹੀਂ ਗਲਤ ਆਨਸਰਸ ਦੀ, ਸੋ ਵਾਈ ਯੂ ਆਰ ਵੇਸਟਿੰਗ ਦੈਟ ਵਨ ਆਪਸ਼ਨ ਕਿ ਤੁਸੀਂ ਇਹਦੇ ਵਿੱਚ ਨੰਬਰ ਖਿੱਚ ਸਕਦੇ ਹੋ। ਸੋ ਇਸ ਤਰ੍ਹਾਂ ਰੀਡਿੰਗ ਕਰਨੀ ਚਾਹੀਦੀ ਹੈ। ਕੋਈ ਵੀ ਬੰਦਾ ਅਗਰ ਤੰਗ ਕਰ ਰਿਹਾ ਉਹਨੂੰ ਉਸ ਵੇਲੇ ਨਾ ਕਰਾਓ। ਰੀਡਿੰਗ ਤੁਹਾਡੀ ਹੋ ਗਈ ਫਿਰ ਕੋਈ ਚੱਕਰ ਨਹੀਂ, ਫਿਰ ਅਗਲੇ ਦੀ ਜਿੰਨੇ ਮਰਜ਼ੀ ਤੁਸੀਂ ਦੱਸੋ ਜਾਂ ਸਮਾਜ ਸੇਵਾ ਕਰੋ, ਇਹ ਬਹੁਤ ਇੰਪੋਰਟੈਂਟ ਹੈ। ਐਂਡ ਨਾਓ ਜੋ ਤੁਹਾਡੀ ਰੀਡਿੰਗ ਵੀ ਖਤਮ ਹੋ ਗਈ ਆ, ਇਹ ਸਾਰੀ ਕਸ਼ਮਕਸ਼ ਦੇ ਵਿੱਚ ਜਦੋਂ ਤੁਹਾਡਾ ਪੇਪਰ ਚੱਲ ਰਿਹਾ ਸੀਗਾ, ਡਿਊਰਿੰਗ ਦਾ ਪੇਪਰ ਇੱਕ ਦੋ ਟਾਈਮ ਆਊਗਾ ਜਦੋਂ ਇਨਵਿਜੀਲੇਟਰ ਆ ਕੇ ਤੁਹਾਡੇ ਤੋਂ ਪਾਸਪੋਰਟ ਮੰਗਣਗੇ, ਠੀਕ ਹੈ, ਐਂਡ ਜਾਂ ਮੰਗਣਗੇ ਵੀ ਨਹੀਂ, ਚੱਕ ਕੇ ਲੈ ਜਾਣਗੇ। ਸੋ ਇੱਕ ਟਾਈਮ ਯਾਦ ਰੱਖਿਓ, ਉਹ ਸਿਰਫ ਚੈਕਿੰਗ ਲਈ ਲੈ ਕੇ ਜਾਂਦੇ ਆ। ਉਹ ਇਹ ਨਾ ਸੋਚਿਓ ਦਿਮਾਗ ਦੇ ਵਿੱਚ ਕਿ ਉਹ ਤੁਹਾਡਾ ਪੇਪਰ ਖਰਾਬ ਹੋ ਗਿਆ, ਤੁਹਾਨੂੰ ਚੀਟਿੰਗ ਕਰਦੇ ਫੜ ਲਿਆ, ਹੁਣ ਇਹਨਾਂ ਨੇ ਪੇਪਰ ਕੈਂਸਲ ਕਰ ਦੇਣਾ। ਨੋ, ਨਾਟ ਲਾਈਕ ਦੈਟ। ਦੇ ਜਸਟ ਵਾਂਟ ਯੂਅਰ ਪਾਸਪੋਰਟ ਫॉर ਦ ਚੈਕਿੰਗ, ਐਂਡ ਅਗਰ ਲੈ ਕੇ ਵੀ ਜਾਂਦੇ ਤਾਂ ਘਬਰਾਇਓ ਨਾ ਉੱਥੇ। ਸੋ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ। ਅਗਲੀ ਗੱਲ, ਜਦੋਂ ਪੇਪਰ ਤੁਹਾਡਾ ਖਤਮ ਹੋ ਗਿਆ, ਪੇਪਰ ਖਤਮ ਹੋਣ ਤੋਂ ਬਾਅਦ ਜਸਟ ਬੀ ਔਨ ਯੂਅਰ ਸੀਟ। ਇਨਵਿਜੀਲੇਟਰਸ ਪਹਿਲਾਂ ਆਉਣਗੇ, ਆ ਕੇ ਚੈੱਕ ਕਰਨਗੇ ਸਾਰਾ ਕੁਝ, ਉਸ ਤੋਂ ਬਾਅਦ ਹੌਲੀ ਹੌਲੀ ਤੁਹਾਨੂੰ ਸੈਂਟਰ ਵਿੱਚੋਂ ਬਾਹਰ ਕੱਢਣਗੇ। ਸੋ ਇਹ ਬਹੁਤ ਕ੍ਰੂਸ਼ੀਅਲ ਹੈ। ਐਂਡ ਬਾਹਰ ਆਉਂਦੇ ਹੋਏ ਵੀ ਡੂ ਨਾਟ ਟਾਕ ਵਿਦ ਐਨੀਬਡੀ, ਕਿਸੇ ਨਾਲ ਗੱਲ ਨਾ ਕਰੋ। ਵੈਸੇ ਤਾਂ ਚਲੋ ਪੇਪਰ ਹੋ ਗਿਆ, ਗੱਲ ਕਰ ਸਕਦੇ ਹੋ, ਪਰ ਕਿਸੇ ਨਾਲ ਗੱਲ ਨਾ ਕਰੋ। ਮਤਲਬ ਇਸ ਕਰਕੇ ਆ ਕਿ ਬਹੁਤੇ ਬੱਚਿਆਂ ਦਾ ਆਪਣਾ ਵੱਖਰਾ ਵੱਖਰਾ ਐਕਸਪੀਰੀਅੰਸ ਹੁੰਦਾ। ਤੁਹਾਡਾ ਵੱਖਰਾ ਐਕਸਪੀਰੀਅੰਸ ਹੋ ਸਕਦਾ, ਕਿਸੇ ਦਾ ਵੱਖਰਾ ਹੋ ਸਕਦਾ। ਤੁਸੀਂ ਕਹੋਗੇ ਮੈਨੂੰ ਰੀਜ਼ਨਿੰਗ ਸੌਖੀ ਲੱਗੀ, ਕੋਈ ਬੱਚਾ ਕਹੇਗਾ ਮੈਨੂੰ ਰੀਡਿੰਗ ਔਖੀ ਲੱਗੀ ਜਾਂ ਇਹ ਸੌਖਾ ਲੱਗਾ। ਕਹਿਣ ਦਾ ਮਤਲਬ ਕਿ ਜਿੰਨੇ ਮੂੰਹ ਉਨੀਆਂ ਗੱਲਾਂ। ਸੋ ਇਹਦੇ ਨਾਲ ਹੋਏਗਾ ਕਿ ਤੁਹਾਡਾ ਦਿਮਾਗ ਫਰਸਟ੍ਰੇਟ ਹੋਏਗਾ ਕਿ ਮੈਂ ਤਾਂ ਮੈਨੂੰ ਸ਼ਾਇਦ ਸਮਝ ਨਹੀਂ ਲੱਗੀ ਰੀਡਿੰਗ, ਜਾਂ ਮੈਂ ਜ਼ਿਆਦਾ ਹੀ ਉੱਤੋਂ ਲੰਘ ਹੀ ਸਿਰ ਦਿਓ। ਸੋ ਕੁਛ ਵੀ ਇੱਦਾਂ ਦਾ ਦਿਮਾਗ ਵਿੱਚ ਆ ਸਕਦਾ ਹੁੰਦਾ ਹੈ। ਸੋ ਇਸ ਮੌਕੇ 'ਤੇ ਵੈਨ ਯੂ ਹੈਵ ਕਮ ਆਊਟ ਫਰੋਮ ਦਾ ਸੈਂਟਰ, ਆਪਣਾ ਦਿਮਾਗ ਫੋਕਸ ਰੱਖ ਕੇ ਜਸਟ ਆਪਣੇ ਘਰ ਵਾਪਸ ਆ ਜਾਓ। ਇਹ ਬਹੁਤ ਇੰਪੋਰਟੈਂਟ ਹੈ। ਡੂ ਨਾਟ ਜਸਟ ਸਟੇ ਐਨੀਵੇਅਰ ਫਾਰ ਅਵੇ, ਇੱਦਾਂ ਦਾ ਕੁਛ ਨਾ ਕਰਿਓ। ਅੱਛਾ, ਇੱਕ ਚੀਜ਼ ਹੋਰ ਜੋ ਧਿਆਨ ਰੱਖਣੀ ਹੈ, ਦਿਸ ਵਾਜ਼ ਅਬਾਊਟ ਯੋਰ ਮੇਨ ਪੇਪਰ। ਹੁਣ ਸਪੀਕਿੰਗ ਵਾਲੇ ਪੇਪਰ ਦਿਨ ਕੀ ਧਿਆਨ ਰੱਖਣਾ ਉਸ ਦਿਨ।
ਸਪੀਕਿੰਗ ਦਾ ਤੁਹਾਨੂੰ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਪੀਕਿੰਗ ਦੀ ਡੇਟ ਤੁਸੀਂ ਖੁਦ ਚੂਜ਼ ਕਰ ਸਕਦੇ ਹੋ, ਤੁਸੀਂ ਟਾਈਮ ਵੀ ਚੂਜ਼ ਕਰ ਸਕਦੇ ਹੋ। ਮਤਲਬ ਕਿ ਅਗਰ ਲੈਟਸ ਸੇ ਕਿਸੇ ਨੇ ਪੇਪਰ ਭਰਿਆ ਹੋਵੇ 28 ਤਰੀਕ ਦਾ, ਸੋ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਜੋ ਸਪੀਕਿੰਗ ਡੇਟਸ ਮੈਨੂੰ ਹੈਗੀਆਂ ਨੇ ਕੀ ਮਿਲੀਆਂ ਨੇ, 21 ਤਰੀਕ ਨੂੰ ਆ, 22 ਤਰੀਕ ਨੂੰ ਆ, ਠੀਕ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੇ ਟਾਈਮ ਸਪੀਕਿੰਗ ਦੇਣੀ ਹੈ। ਸੋ ਖੁਦ ਤੁਸੀਂ ਚੂਜ਼ ਕਰ ਸਕਦੇ ਹੋ, ਦੈਟ ਇਜ਼ ਯੋਰ ਰਾਈਟ। ਅਗਰ ਤੁਸੀਂ ਪੇਪਰ ਜਿੱਥੋਂ ਭਰਵਾਇਆ ਆ ਜਾਂ ਖੁਦ ਭਰਿਆ ਆ, ਜਿੱਦਾਂ ਵੀ ਕੀਤਾ ਆ, ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਸਪੀਕਿੰਗ ਸਿਲੈਕਟ ਕਿੱਦਾਂ ਕਰਨੀ ਹੈ। ਐਂਡ ਅਗਰ ਉਹਨੂੰ ਕਿਸੇ ਵਿੱਚ ਹੈਲਪ ਚਾਹੀਦੀ ਹੈ, ਕਿਸੇ ਬੱਚੇ ਨੂੰ ਹੈਲਪ ਚਾਹੀਦੀ ਹੈ, ਜਸਟ ਲੈਟ ਮੀ ਨੋ ਇਨ ਦਾ ਕਮੈਂਟ ਬਾਕਸ। ਉਹਦੇ ਵਿੱਚ ਮੈਂ ਪ੍ਰੋਪਰ ਡਿਟੇਲ ਵੀਡੀਓ ਬਣਾਉਂਗਾ ਹਾਊ ਟੂ ਸਿਲੈਕਟ ਯੂਰ ਸਪੀਕਿੰਗ, ਠੀਕ ਹੈ। ਉਸ ਤੋਂ ਬਾਅਦ ਇੱਕ ਚੀਜ਼ ਜੋ ਧਿਆਨ ਰੱਖਣੀ ਹੈ ਕਿ ਲੈਟ ਸੇ ਕੋਸ਼ਿਸ਼ ਕਰੋ ਕਿ ਸਪੀਕਿੰਗ ਤੁਹਾਡੀ ਸਵੇਰ ਦੀ ਹੋਵੇ। ਸਵੇਰ ਦੀ ਕਿਉਂ? ਸਪੀਕਿੰਗ ਸਵੇਰ ਦੀ ਕਿਹੜੇ ਟਾਈਮ? 10 ਵਜੇ, 10:20 ਤੇ 10:40 ਤੇ। ਸਵੇਰੇ ਕਿਉਂ ਹੋਵੇ? ਉਹਦੇ ਲਈ ਇਹ ਇੰਪੋਰਟੈਂਟ ਹੈ ਕਿ ਇੱਕ ਤਾਂ ਤੁਸੀਂ ਫਰੈਸ਼ ਹੋਵੋਗੇ, ਇੱਕ ਐਗਜ਼ਾਮੀਨਰ ਫਰੈਸ਼ ਹੋਏਗਾ। ਐਂਡ ਐਗਜ਼ਾਮੀਨਰ ਬਹੁਤਾ ਬੱਚਿਆਂ ਨੂੰ ਸੁਣ ਕੇ ਉਹ ਵਿਚਾਰਾ ਪੱਕ ਨਹੀਂ ਜਾਏਗਾ, ਕਿਉਂਕਿ ਹਰ ਬੱਚਾ ਇੱਕੋ ਹੀ ਤਰ੍ਹਾਂ ਦੀ ਸਪੀਕਿੰਗ ਦਿੰਦਾ। ਸੋ ਕਹਿਣ ਦਾ ਮੋਟਿਵ ਕੀ ਹੈ ਕਿ ਤੁਹਾਨੂੰ ਸਵੇਰੇ ਸਪੀਕਿੰਗ ਆਪਣੀ ਸਿਲੈਕਟ ਕਰਨੀ ਚਾਹੀਦੀ ਹੈ। ਐਂਡ ਯੂ ਸ਼ੁੱਡ ਬੀ ਵੈਲ ਡਰੈਸਡ, ਆਪਣੇ ਆਰਾਮ ਦੇ ਨਾਲ ਰੋਟੀ ਪਾਣੀ ਖਾ ਕੇ ਕੌਨਫੀਡੈਂਟਲੀ। ਅਗਰ ਤੁਹਾਡੀ ਸਪੀਕਿੰਗ ਜੇ ਕਹ ਲਓ ਕਿ 10:20 ਤੇ ਹੋਇਆ, ਤਾਂ ਤੁਹਾਨੂੰ 9:45 ਉੱਥੇ ਪਹੁੰਚਣਾ ਚਾਹੀਦਾ ਹੈ। 45 ਮਿੰਟ ਪਹਿਲਾਂ ਪਹੁੰਚ ਜਾਓ। 45 ਮਿੰਟ ਪਹਿਲਾਂ ਪਹੁੰਚੋ, ਉੱਥੇ ਜਾ ਕੇ ਰਜਿਸਟ੍ਰੇਸ਼ਨ ਕਰਾਓ। ਕਰਵਾਉਣ ਤੋਂ ਬਾਅਦ ਆਪਣਾ ਆਰਾਮ ਦੇ ਨਾਲ ਉੱਥੇ ਬੈਠੋ। ਉਹ ਖੁਦ ਕਾਲ ਕਰਨਗੇ, ਤੁਹਾਨੂੰ ਅੰਦਰ ਲੈ ਕੇ ਜਾਣਗੇ, ਤੁਸੀਂ ਆਪਣੀ ਸਪੀਕਿੰਗ ਦਿਓਗੇ। ਜਦੋਂ ਸਪੀਕਿੰਗ ਦੇਣੀ ਹੈ, ਵਾਈਲ ਦਾ ਟੈਸਟ ਜੋ ਧਿਆਨ ਰੱਖਣਾ ਹੈ, ਤੁਸੀਂ ਹਮੇਸ਼ਾ ਆਈ ਕੰਟੈਕਟ ਬਣਾ ਕੇ ਸਪੀਕਿੰਗ ਦੇਣੀ ਹੈ। ਐਂਡ ਦੂਜੀ ਗੱਲ, ਯੂਅਰ ਆਨਸਰਸ ਮਸਟ ਨਾਟ ਬੀ ਕ੍ਰੈਮਡ। ਤੁਹਾਡੇ ਕ੍ਰੈਮਿੰਗ ਵਾਲੇ ਆਨਸਰਸ ਨਹੀਂ ਹੋਣੇ ਚਾਹੀਦੇ, ਤੁਹਾਡੇ ਆਨਸਰਸ ਤੁਹਾਡੇ ਓਰੀਜਨਲ ਲੱਗਣੇ ਚਾਹੀਦੇ ਨੇ, ਠੀਕ ਹੈ। ਸੋ ਇਹ ਬਹੁਤ ਇੰਪੋਰਟੈਂਟ ਹੈ। ਦ ਫਸਟ ਇੰਪ੍ਰੈਸ਼ਨ ਇਜ਼ ਆਲਵੇਜ਼ ਦ ਲਾਸਟ ਇੰਪ੍ਰੈਸ਼ਨ, ਜੋ ਹਮੇਸ਼ਾ ਧਿਆਨ ਰੱਖਣਾ ਹੈ। ਐਂਡ ਉੱਥੇ ਬਹਿਣ ਲੱਗੇ ਪ੍ਰੋਪਰ ਪਰਮਿਸ਼ਨ ਮੰਗੀ ਦੀ ਹੁੰਦੀ ਆ। ਐਂਡ ਉੱਠਣ ਲੱਗੇ ਥੈਂਕ ਯੂ ਐਂਡ ਸੀਟ ਕੁਰਸੀ ਸਹੀ ਕਰਕੇ ਵਾਪਸ ਆਉਣਾ। ਦੈਟ ਸ਼ੋਜ਼ ਯੂਰ ਐਟੀਕੇਟਸ ਐਜ਼ ਵੈਲ। ਸੋ ਇਹ ਚੀਜ਼ ਦਾ ਧਿਆਨ ਰੱਖਿਓ। ਐਂਡ ਜਦੋਂ ਸਪੀਕਿੰਗ ਖਤਮ ਹੋ ਗਈ, ਚੁੱਪ ਕਰਕੇ ਵਾਪਸ ਆਓ। ਐਂਡ ਜਸਟ ਆਪਣੇ ਚੀਜ਼ ਉਹਦਾ ਧਿਆਨ ਰੱਖੋ ਚੀਜ਼ਾਂ ਦਾ। ਐਂਡ ਉਸ ਵੇਲੇ ਵੀ ਪਾਸਪੋਰਟ ਲੈ ਕੇ ਜਾਣਾ ਹੁੰਦਾ। ਐਂਡ ਤੁਸੀਂ ਇੱਕ ਕਲਰਡ ਕਾਪੀ ਪਾਸਪੋਰਟ ਦੀ ਲੈ ਕੇ ਜਾਣੀ ਹੁੰਦੀ। ਐਂਡ ਵੈਨਿਊ ਡਿਟੇਲਸ ਲੈ ਕੇ ਜਾਣੀਆਂ ਹੁੰਦੀਆਂ, ਜੋ ਤੁਸੀਂ ਮੇਨ ਪੇਪਰ ਵਾਲੇ ਦਿਨ ਵੀ ਲੈ ਕੇ ਗਏ ਸੀਗੇ, ਉਹੀ ਸਪੀਕਿੰਗ ਵਾਲੇ ਦਿਨ ਵੀ ਲੈ ਕੇ ਜਾਣੀ ਹੁੰਦੀ ਹੈ, ਜਿਹਦੇ ਵਿੱਚ ਪ੍ਰੋਪਰ ਲਿਖਿਆ ਹੋਵੇ ਕਿ ਸਪੀਕਿੰਗ ਕਿੱਥੇ ਹੈ। ਐਂਡ ਸਪੀਕਿੰਗ ਦਾ ਸੈਂਟਰ ਦੀ ਜੋ ਲੋਕੇਸ਼ਨ ਹੈ, ਉਹ ਵੀ ਗੂਗਲ ਮੈਪ ਤੇ ਇੱਕ ਵਾਰੀ ਚੈੱਕ ਕਰ ਲਓ ਬਿਫੋਰ ਗੋਇੰਗ। ਇਹ ਨਾ ਹੋਵੇ ਕਿ ਤੁਸੀਂ ਕਿਤੇ ਹੋਰ ਲੈਂਡ ਹੋ ਜਾਓ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਪੇਪਰ ਵਾਲੇ ਦਿਨ। ਇਹ ਬਹੁਤ ਇੰਪੋਰਟੈਂਟ ਹੈ ਐਂਡ ਦਿਸ ਇਜ਼ ਵੈਰੀ ਕਰੂਸ਼ੀਅਲ। ਐਂਡ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਟੂ ਇਟ। ਐਂਡ ਜਸਟ ਸ਼ੇਅਰ ਐਜ਼ ਮਚ ਐਜ਼ ਯੂ ਕੈਨ, ਸੋ ਦੈਟ ਬਾਕੀ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਅਵੇਅਰਨੈਸ ਕ੍ਰੀਏਟ ਹੋਵੇ, ਠੀਕ ਹੈ। ਸੋ ਥੈਂਕ ਯੂ ਐਵਰੀਬਡੀ ਬੱਚਾ, ਐਂਡ ਬਲੈਸ ਯੂ।